ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਇਤਿਹਾਸ ਦੇ ਵਿੱਚੋਂ ਜਾਂ ਫਿਰ ਸਿੱਖ ਫਲਸਫੇ ਸਿੱਖ ਤਵਾਰੀਖ ਦੇ ਵਿੱਚੋਂ ਕੋਈ ਨਾ ਕੋਈ ਅੰਸ਼ ਸਾਂਝਾ ਕੀਤਾ ਜਾਵੇ। ਉਸੇ ਦੌਰਾਨ ਹੀ ਕੁਝ ਅਜਿਹੇ ਚਲੰਤ ਮਸਲੇ ਵੀ ਆ ਜਾਂਦੇ ਨੇ ਜਿਨ੍ਹਾਂ ਦੇ ਉੱਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਤੀਕਿਰਿਆ ਦੇਣੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਸਮਾਜਿਕ ਮਾਧਿਅਮ ਦੇ ਵਿੱਚ ਜਦੋਂ ਕੋਈ ਨਾ ਕੋਈ ਮਸਲਾ ਉੱਠਦਾ ਹੈ ਤਾਂ ਜਿਹੜੇ ਸਰੋਤੇ ਨੇ ਉਹਨਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ ਜੀ ਇਸ ਮਸਲੇ ਦੇ ਉੱਪਰ ਤੁਹਾਡੀ ਪ੍ਰਤੀਕਿਰਿਆ ਕੀ ਹੈ। ਬੜੀ ਚੰਗੀ ਗੱਲ ਵੀ ਹੈ ਕਿ ਕੌਮ ਦੇ ਵਿੱਚ ਚੇਤਨਤਾ ਤਾਂ ਆਉਂਦੀ ਹੈ ਨਾ ਕਿ ਕੋਈ ਵੀ ਮੁੱਦਾ ਜੇਕਰ ਉੱਠਦਾ ਹੈ ਤਾਂ ਉੱਥੇ ਸਾਡੀ ਪ੍ਰਤੀਕਿਰਿਆ ਦੇਣੀ ਜ਼ਰੂਰੀ ਹੈ। ਅਤੇ ਦੂਸਰੀ ਗੱਲ ਜਿਹੜੇ ਬੁਲਾਰੇ ਨੇ ਕਿਤੇ ਨਾ ਕਿਤੇ ਉਹ ਵੀ ਜਵਾਬਦੇ ਰਹਿੰਦੇ ਨੇ ਕਿ ਅਸੀਂ ਕੌਮ ਦੇ ਕਿਸੇ ਵੀ ਮਸਲੇ ਦੇ ਉੱਪਰ ਜੇਕਰ ਕੋਈ ਸਿਧਾਂਤਕ ਜਾਂ ਬੌਧਿਕ ਪੱਧਰ ਦੇ ਉੱਪਰ ਹਮਲਾ ਹੋਣਾ ਹੈ ਤਾਂ ਅਸੀਂ ਉਸ ਦੇ ਉੱਪਰ ਆਪਣੀ ਪ੍ਰਤੀਕਿਰਿਆ ਜਾਂ ਰਿਐਕਸ਼ਨ ਜ਼ਰੂਰ ਜ਼ਾਹਿਰ ਕਰਨਾ ਹੈ। ਸੋ ਮਸਲਾ ਅਸੀਂ ਸਾਰੇ ਜਾਣਦੇ ਹਾਂ ਕਿ ਕੁਛ ਦਿਨਾਂ ਤੋਂ ਫਿਰ ਗੋਬਿੰਦ ਰਾਮਾਇਣ ਨਾਮਕ ਗ੍ਰੰਥ ਦੀ ਗੱਲ ਚੱਲ ਰਹੀ ਹੈ ਔਰ ਉਸ ਵੇਲੇ ਕਹਿ ਸਕਦੇ ਹੋ ਕਿ ਇਹ ਮੁੱਦਾ ਹੋਰ ਵੀ ਥੋੜ੍ਹਾ ਇੱਕ ਉਗਰ ਰੂਪ ਲੈ ਗਿਆ, ਜਿਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਇਹ ਗੱਲ ਕੀਤੀ ਕਿ ਐਡਵੋਕੇਟ ਔਰ ਮੈਂਬਰ ਰਾਜ ਸਭਾ ਜਿਹੜੇ ਹੈਗੇ ਨੇ KTS ਤੁਲਸੀ, ਉਹਨਾਂ ਨੇ ਆਪਣੀ ਮਾਤਾ ਵੱਲੋਂ ਲਿਖੇ ਗ੍ਰੰਥ, ਜਿਹੜੀ ਮਾਤਾ ਦਾ ਨਾਮ ਹੈ ਬੀਬੀ ਬਲਜੀਤ ਕੌਰ ਤੁਲਸੀ, ਉਹਨਾਂ ਦੇ ਵੱਲੋਂ ਜਿਹੜਾ ਲਿਖਿਆ ਗਿਆ ਗ੍ਰੰਥ ਜਿਹੜਾ ਹੈ ਨਵ ਪ੍ਰਕਾਸ਼ਿਤ ਹੋਇਆ, ਉਹਦੀ ਪਹਿਲੀ ਕਾਪੀ ਮੈਨੂੰ ਭੇਟ ਕੀਤੀ ਗਈ ਔਰ ਉਸ ਦਾ ਨਾਮ ਹੈ ਗੋਬਿੰਦ ਰਾਮਾਇਣ। ਸੋ ਇਹ ਨਾਮ ਕੋਈ ਸੋਸ਼ਲ ਮੀਡੀਆ ਦੇ ਵਿੱਚ ਜਾਂ ਚਰਚਾ ਦੇ ਵਿੱਚ ਪਹਿਲੀ ਵਾਰ ਨਹੀਂ ਆਇਆ। ਜਿਸ ਵੇਲੇ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਉਸ ਵੇਲੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਆਪਣੇ ਵਿਖਿਆਨ ਦੇ ਦੌਰਾਨ ਖਾਸ ਕਰਕੇ ਇਸ ਗ੍ਰੰਥ ਦਾ ਜ਼ਿਕਰ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਵੀ ਗੋਬਿੰਦ ਰਾਮਾਇਣ ਗ੍ਰੰਥ ਲਿਖਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਮਹਾਰਿਸ਼ੀ ਵਾਲਮੀਕ ਨੇ ਰਾਮਾਇਣ ਲਿਖੀ ਹੈ, ਤੁਲਸੀ ਦਾਸ ਨੇ ਰਾਮਾਇਣ ਲਿਖੀ ਹੈ, ਉਸੇ ਤਰ੍ਹਾਂ ਹੋਰ ਵੀ ਬਹੁਤ ਰਾਮਾਇਣਾਂ ਨੇ। ਦਸ਼ਰਥ ਜਾਤਕ, ਜਿਸ ਨੂੰ ਬੋਧ ਰਾਮਾਇਣ ਵੀ ਕਿਹਾ ਗਿਆ, ਜਿਸ ਦਾ ਜ਼ਿਕਰ ਲਾਹੌਰੀ ਰਾਮ ਬਾਲੀ ਹੁਣਾਂ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ ਹੈ। ਉਹਦੇ ਤੋਂ ਇਲਾਵਾ ਹਨੂਮਾਨ ਨਾਟਕ ਕਵੀ ਹਿਰਦੇ ਰਾਮ ਦਾ ਲਿਖਿਆ ਹੋਇਆ, ਇਹ ਵੀ ਰਾਮਾਇਣ ਦੇ ਅਨੇਕਾਂ ਰੂਪ ਨੇ ਜਾਂ ਕਹਿ ਸਕਦੇ ਹੋ ਕਿ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਨੇ। ਪਰ ਜੇਕਰ ਇਸ ਮਸਲੇ ਦੇ ਉੱਪਰੋਂ ਕੇਵਲ ਮਿੱਟੀ ਝਾੜ ਕੇ ਲਾਂਭੇ ਲੰਘਣਾ ਹੋਵੇ ਤਾਂ ਬੜਾ ਸੌਖਾ ਹੈ ਕਿ ਕੌਮ ਦੇ ਵਿੱਚ ਦਸਮ ਗ੍ਰੰਥ ਦਾ ਵਿਵਾਦ ਜਿਹੜਾ ਉਹ ਮੱਗਦਾ ਜਾਂਦਾ ਹੈ ਅਤੇ ਇਹ ਕਹਿ ਦੇਣਾ ਬੜਾ ਸੌਖਾ ਹੁੰਦਾ ਹੈ ਜੀ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਜਾਂ ਰਚਨਾ ਹੈ। ਇਸ ਮੁੱਦੇ ਨੂੰ ਕਿਸੇ ਵੀ ਦੂਜੇ ਪਾਸੇ ਤੋੜਿਆ ਮਰੋੜਿਆ ਜਾ ਸਕਦਾ ਹੈ। ਪਰ ਸਭ ਤੋਂ ਜਿਹੜੀ ਅਹਿਮ ਗੱਲ ਹੈ ਕਿ ਹਿੰਦੂ ਧਰਮ ਦੇ ਦੋ ਅਹਿਮ ਗ੍ਰੰਥ ਜਿਹੜੇ ਕਿ ਨਾਮਕਰਨ ਤੋਂ ਗੈਰ ਹਿੰਦੂਆਂ ਦੇ ਵਿੱਚ ਵੀ ਪਛਾਣੇ ਜਾਂਦੇ ਨੇ, ਇੱਕ ਗੀਤਾ ਜਿਸ ਨੂੰ ਭਾਗਵਤ ਗੀਤਾ ਵੀ ਕਿਹਾ ਜਾਂਦਾ ਹੈ ਔਰ ਦੂਸਰਾ ਰਾਮਾਇਣ। ਹੁਣ ਇਹ ਜਿਹੜੇ ਦੋ ਗ੍ਰੰਥ ਨੇ, ਇਹਨਾਂ ਦੋਹਾਂ ਹੀ ਗ੍ਰੰਥਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਨਾਮ ਜੁੜਨਾ। ਪਹਿਲੀ ਗੱਲ ਤਾਂ ਮੈਂ ਇਹ ਕਹਿ ਦੇਵਾਂ ਕਿ ਜਦੋਂ ਅਸੀਂ ਇਸ ਮੁੱਦੇ ਨੂੰ ਇਹ ਕਹਿ ਕੇ ਲਾਂਭੇ ਲੰਘਣ ਦੀ ਕੋਸ਼ਿਸ਼ ਦੇ ਵਿੱਚ ਹੋਵਾਂਗੇ ਕਿ ਇਹ ਜਿਹੜੀ ਲਿਖਿਆ ਗਿਆ ਤੁਲਸੀ ਰਾਮਾਇਣ ਨਾਮਕ ਗ੍ਰੰਥ ਹੈ ਜਾਂ ਫਿਰ ਵਾਲਮੀਕੀ ਰਾਮਾਇਣ ਗ੍ਰੰਥ ਹੈ, ਇਹ ਤਾਂ ਹਿੰਦੂ ਧਰਮ ਦੀਆਂ ਕਾਵਿ ਰਚਨਾਵਾਂ ਨੇ। ਪਰ ਜਦੋਂ ਇਹ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਨਾਲ ਗੋਬਿੰਦ ਰਾਮਾਇਣ ਦੇ ਨਾਮ ਦੇ ਨਾਲ ਆਵੇਗਾ ਤਾਂ ਫਿਰ ਵੀ ਜੇ ਸਕਿਪ ਕਰਨਾ ਹੋਵੇ ਤਾਂ ਸਾਡੇ ਬਹੁਤੇ ਵੀਰ ਕਹਿ ਦਿੰਦੇ ਨੇ ਕਿ ਦਸਮ ਗ੍ਰੰਥ ਦੇ ਵਿੱਚੋਂ ਰਾਮ ਅਵਤਾਰ ਹੀ ਹੈ, ਕੇਵਲ ਤੇ ਕੇਵਲ ਬਲਜੀਤ ਕੌਰ ਨੇ ਉਸ ਦਾ ਨਾਮ ਬਦਲ ਕੇ ਉਸ ਨੂੰ ਪ੍ਰਕਾਸ਼ਿਤ ਕੀਤਾ ਸੀ। ਠੀਕ ਹੈ, ਪਰ ਹੁਣ ਸਮੱਸਿਆ ਹੈ ਕਿ ਕੇਵਲ ਇਹ ਗੱਲ ਨਹੀਂ ਹੈ। ਕੁਛ ਵੀਰ ਕਹਿੰਦੇ ਨੇ ਕਿ ਜੇ ਰਾਮ ਅਵਤਾਰ ਹੀ ਨਾ ਹੁੰਦਾ ਤੇ ਇਹ ਗ੍ਰੰਥ ਹੋਣ ਦੇ ਵਿੱਚ ਨਾ ਹੁੰਦਾ। ਪਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਜਿਸ ਵੇਲੇ ਪੁਰਸ਼ੋਤਮ ਨਿਜ਼ਾਮਨ ਦੇ ਵੱਲੋਂ ਗੋਬਿੰਦ ਗੀਤਾ ਨਾਮਕ ਗ੍ਰੰਥ ਜਿਹੜਾ ਰਚਿਆ ਗਿਆ ਸੀ, ਇਹਦੇ ਵਿੱਚ ਤਾਂ ਸਾਡੇ ਕਿਸੇ ਸਰੋਤ ਦੀ ਕੋਈ ਬਾਣੀ ਜਾਂ ਸਾਡਾ ਕੋਈ ਕਹਿ ਸਕਦੇ ਹੋ ਕਿ ਸਾਡੇ ਸਾਹਿਤਕ ਜਾਂ ਧਾਰਮਿਕ ਗ੍ਰੰਥਾਂ ਕੋਈ ਹਵਾਲਾ ਨਹੀਂ ਸੀ। ਪਰ ਤੁਸੀਂ ਹੈਰਾਨ ਤਾਂ ਇਸ ਗੱਲ ਤੋਂ ਹੋਵੋਗੇ ਕਿ ਜਿਹੜੇ ਇਵੇਂ ਦੇ ਗ੍ਰੰਥ ਰਚੇ ਜਾਂਦੇ ਨੇ ਜਿਨ੍ਹਾਂ ਦੇ ਨਾਮ ਹਿੰਦੂ ਧਰਮ ਤੋਂ ਬਾਹਰ ਦੂਜੇ ਸਮਾਜ ਦੇ ਵਿੱਚ ਵੀ ਮਸ਼ਹੂਰ ਨੇ, ਉਹਨਾਂ ਦੇ ਨਾਮ ਰਾਮਾਇਣ ਅਤੇ ਗੀਤਾ ਜਦੋਂ ਆਉਂਦੇ ਨੇ
ਤੇ ਨਾਲ ਗੁਰੂ ਗੋਬਿੰਦ ਸਿੰਘ ਦਾ ਨਾਮ ਕਿਉਂ ਆਉਂਦਾ ਹੈ। ਸਮਝਣ ਵਾਲੀ ਗੱਲ ਤਾਂ ਇਹ ਹੈ, ਜੇਕਰ ਇਸ ਮਸਲੇ ਨੂੰ ਕੇਵਲ ਤੇ ਕੇਵਲ ਅਸੀਂ ਇੱਕ ਅਸੀਮੀਲੇਸ਼ਨ ਦੇ ਨਜ਼ਰੀਏ ਤੋਂ ਵੇਖਣਾ ਹੈ ਕਿ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਸਾਬਤ ਕਰਨ ਦੇ ਵਾਸਤੇ ਅਜਿਹੇ ਜਿਹੜੇ ਮਸਲੇ ਨੇ ਉਭਾਰੇ ਜਾਂਦੇ ਨੇ, ਤਾਂ ਇਹ ਗੱਲ ਤਾਂ ਫਿਰ ਠੀਕ ਹੈ। ਫਿਰ ਸੰਘ ਦੀ ਨੀਤੀ ਨੂੰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦਾ ਜਿਹੜਾ ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ ਹੈ, ਉਹਦੇ ਵਿੱਚ ਜਿਹੜਾ ਇਤਿਹਾਸ ਨੂੰ ਦੁਬਾਰਾ ਕਿਵੇਂ ਲਿਖਿਆ ਜਾ ਰਿਹਾ ਹੈ ਤੇ ਬਾਕੀ ਧਰਮਾਂ ਦੇ ਇਤਿਹਾਸ ਨੂੰ ਮਿਸ ਇੰਟਰਪ੍ਰੈਟ ਕਿਵੇਂ ਕੀਤਾ ਜਾ ਰਿਹਾ, ਉਹ ਇੱਕ ਵੱਖਰਾ ਤੇ ਅਲੱਗਾ ਵਿਸ਼ਾ ਰਹਿ ਜਾਂਦਾ ਹੈ। ਪਰ ਇੱਥੇ ਜਿਹੜੀ ਸਭ ਤੋਂ ਅਹਿਮ ਗੱਲ ਆ ਜਾਂਦੀ ਹੈ ਕਿ ਇਹਨਾਂ ਗ੍ਰੰਥਾਂ ਦਾ ਨਾਮਕਰਨ, ਇਹਨਾਂ ਗ੍ਰੰਥਾਂ ਦਾ ਗੁਰੂ ਗੋਬਿੰਦ ਸਿੰਘ ਦੇ ਨਾਲ ਜੁੜਨਾ, ਤੇ ਖਾਸ ਕਰਕੇ ਇਹਨਾਂ ਗ੍ਰੰਥਾਂ ਦਾ ਉਹਨਾਂ ਮੌਕਿਆਂ ਦੇ ਉੱਪਰ ਹੀ ਮੀਡੀਆ ਦੇ ਵਿੱਚ ਆਉਣਾ ਜਦੋਂ ਕੁਝ ਖਾਸ ਮਸਲੇ ਇੱਕ ਖਾਸ ਕੌਮੀਅਤ ਨੂੰ ਲੈ ਕੇ ਚੱਲ ਰਹੇ ਹੋਣ। ਇਸ ਨੀਤੀ ਨੂੰ ਸਮਝਣਾ ਬੜਾ ਜ਼ਰੂਰੀ ਹੈ। ਜਿੰਨਾ ਚਿਰ ਤੱਕ ਮੈਂ ਆਪਣੇ ਸਿੱਖ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਾਂ ਕਿ ਜਦੋਂ ਅਸੀਂ ਸਿਰਫ ਸੰਘ ਦੀ ਅਸੀਮੀਲੇਸ਼ਨ ਦੀ ਜਾਂ ਆਪਣੇ ਵਿੱਚ ਜਜ਼ਬ ਕਰਨ ਦੀ ਨੀਤੀ ਨੂੰ ਵਾਚਦੇ ਹਾਂ, ਜਾਂ ਫਿਰ ਮਿਸ ਇੰਟਰਪ੍ਰੀਟੇਸ਼ਨ ਜਿਹੜੀ ਆ ਸਿੱਖ ਸਕ੍ਰਿਪਚਰ ਦੀ, ਜਾਂ ਜਦੋਂ ਅਸੀਂ ਉਹਦੇ ਵੱਲ ਵਾਚਦੇ ਹਾਂ, ਤਾਂ ਸਾਨੂੰ ਠੀਕ ਹੈ ਕਿ ਚੇਤਨਤਾ ਆਉਂਦੀ ਹੈ ਤੇ ਚੇਤਨ ਰਹਿਣਾ ਵੀ ਚਾਹੀਦਾ ਹੈ ਕਿ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੱਦੋ ਬਦਲ ਕੀਤੀ ਜਾ ਰਹੀ ਹੈ। ਪਰ ਜਦੋਂ ਇੱਕ ਖਾਸ ਮੌਕੇ ਦੇ ਉੱਪਰ ਕਿਸੇ ਨਾ ਕਿਸੇ ਨਾਮ ਨੂੰ ਕਿਸੇ ਖਾਸ ਗੁਰੂ ਦੇ ਨਾਲ ਜੋੜ ਕੇ ਜਦੋਂ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਕੀਤਾ ਜਾਂਦਾ ਹੈ, ਤਾਂ ਉਹਦੇ ਪਿੱਛੇ ਕਈ ਵਾਰੀ ਭਾਵਨਾਵਾਂ ਅਸੀਮੀਲੇਸ਼ਨ ਨਹੀਂ ਹੁੰਦੀਆਂ, ਜਜ਼ਬ ਕਰਨਾ ਨਹੀਂ ਹੁੰਦਾ, ਉਹਦੇ ਪਿੱਛੇ ਕਿਸੇ ਹੋਰ ਕੌਮੀਅਤ ਦੇ ਉੱਪਰ ਉਸ ਸਾਰੇ ਵਰਤਾਰੇ ਦਾ ਪ੍ਰਭਾਵ ਦੇਣਾ ਵੀ ਹੁੰਦਾ। ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਤੱਕ ਮੈਂ ਇੱਕ ਜੇ ਤੁਹਾਡੇ ਨਾਲ ਇਤਿਹਾਸ ਦੇ ਵਿੱਚੋਂ ਉਦਾਹਰਨ ਸਾਂਝੀ ਕਰਾਂ, ਜਿਸ ਵੇਲੇ ਆਰੀਆ ਸਮਾਜੀ ਪੰਜਾਬ ਦੇ ਵਿੱਚ ਇਸ ਕੋਸ਼ਿਸ਼ ਦੇ ਵਿੱਚ ਨੇ ਕਿ ਸਿੱਖਾਂ ਨੂੰ ਆਰੀਆ ਸਮਾਜੀ ਬਣਾਇਆ ਜਾਵੇ, ਕੋਈ ਸ਼ੱਕ ਨਹੀਂ ਹੈ ਬਹੁਤ ਸਾਰੇ ਸਿੱਖ ਪਰਿਵਾਰ ਜਿਹੜੇ ਸੀ ਆਰੀਆ ਸਮਾਜੀਆਂ ਦੇ ਪ੍ਰਭਾਵ ਹੇਠ ਵੀ ਆਏ, ਜਿਨ੍ਹਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਪਰਿਵਾਰ ਵੀ ਸੀ। ਪਰ ਦਿਆਨੰਦ ਦੇ ਨਾਲ ਜਿਹੜਾ ਗਿਆਨੀ ਦਿੱਤ ਸਿੰਘ ਹੁਣਾਂ ਨੇ ਸੰਵਾਦ ਕੀਤਾ ਹੈ, ਉਹਦੇ ਤੋਂ ਬਾਅਦ ਆਮ ਸਿੱਖਾਂ ਦੇ ਵਿੱਚ ਇਸ ਹੌਸਲੇ ਨੇ ਜਨਮ ਲਿਆ ਕਿ ਉਹ ਆਰੀਆ ਸਮਾਜੀਆਂ ਦੇ ਨਾਲ ਉਸੇ ਬਿਨਾਹ ਦੇ ਉੱਪਰ ਸੰਵਾਦ ਕਰਨ ਦੇ ਤੇ ਉਹਨਾਂ ਦੇ ਨਾਲ ਚਰਚਾ ਕਰਨ ਦੇ ਕਾਬਲ ਹੋ ਗਏ, ਕਿਉਂਕਿ ਜਿਹੜੇ ਮੁੱਦੇ ਉਹਨਾਂ ਵੱਲੋਂ ਸਤਿਆਰਥ ਪ੍ਰਕਾਸ਼ ਦੇ ਵਿੱਚ ਉਠਾਏ ਗਏ, ਉਹਨਾਂ ਸਾਰਿਆਂ ਦੇ ਜਵਾਬ ਦੇ ਦਿੱਤੇ ਗਏ ਸੀ। ਹੁਣ ਉਸ ਤੋਂ ਬਾਅਦ 1901 ਦੇ ਵਿੱਚ ਘਟਨਾਕ੍ਰਮ ਕਿਹੜਾ ਹੈ? 1901 ਦੇ ਵਿੱਚ ਉਹ ਹਾਲਾਤ ਬਣੇ ਹੋਏ ਨੇ ਜਿਸ ਵੇਲੇ ਅੰਗਰੇਜ਼ਾਂ ਦੇ ਖਿਲਾਫ ਇਸ ਦੇਸ਼ ਦੇ ਵਿੱਚ ਆਜ਼ਾਦੀ ਦਾ ਸੰਘਰਸ਼ ਜਿਹੜਾ ਉਹ ਹੌਲੀ ਹੌਲੀ ਜ਼ੋਰ ਫੜਦਾ ਜਾ ਰਿਹਾ। ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਵਾਲੇ ਪਾਸੇ ਜਾਂ ਆਪਣੀ ਕੌਮੀਅਤ ਦੇ ਵਿੱਚ ਜਿਹੜਾ ਧਾਰਮਿਕ ਤੌਰ ਤੇ ਨਿਘਾਰ ਆਇਆ ਉਹਦੇ ਵਾਲੇ ਪਾਸੇ ਤੁਰਨਾ ਸ਼ੁਰੂ ਹੋ ਗਏ ਨੇ। ਤੇ ਦੂਸਰੀ ਵੱਡੀ ਅਹਿਮ ਗੱਲ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜੀ ਗੱਲ ਜਨਮ ਲੈਣ ਲੱਗੀ ਹੈ ਕਿ ਜੇਕਰ ਅੰਗਰੇਜ਼ ਛੱਡ ਕੇ ਜਾਂਦੇ ਨੇ ਭਾਰਤ ਨੂੰ ਤੇ ਅਸੀਂ ਆਪਣਾ ਵੱਖਰਾ ਖਿੱਤਾ ਲੈਣਾ, ਕਿਉਂਕਿ ਇਹ 1921 ਦੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਤੇ 1905 ਦੇ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੋ ਜਾਂਦੀ ਹੈ। ਪਰ 1901 ਦੇ ਵਿੱਚ ਡੇਰਾ ਗਾਜ਼ੀ ਖਾਨ ਪਾਕਿਸਤਾਨ ਦੇ ਵਿੱਚ ਇੱਕ ਕਿਤਾਬ ਲਿਖੀ ਜਾਂਦੀ ਹੈ ਉਰਦੂ ਦੇ ਵਿੱਚ। ਕਿਤਾਬ ਦਾ ਨਾਮ ਹੈ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ, ਲਾਲਾ ਦੌਲਤ ਰਾਏ ਆਰੀਆ ਸਮਾਜੀ ਦੀ ਲਿਖੀ ਹੋਈ। ਹੁਣ ਉਹ ਕਿਤਾਬ ਮੇਰੇ ਖਿਆਲ ਦੇ ਨਾਲ ਸਿੱਖਾਂ ਦੇ ਵਿੱਚ ਸਭ ਤੋਂ ਵੱਧ ਪ੍ਰਚਾਰੀ ਗਈ, ਸਭ ਤੋਂ ਵੱਧ ਵਾਰ ਪ੍ਰਕਾਸ਼ਿਤ ਹੋਈ ਤੇ ਸਭ ਤੋਂ ਵੱਧ ਸਿੱਖ ਸਮਾਗਮਾਂ ਦੇ ਵਿੱਚ ਭੇਟਾ ਰਹਿਤ ਵੰਡੀ ਗਈ। ਪਰ ਸੱਚ ਜਾਣਿਓ, ਜਦੋਂ ਉਹ ਉਰਦੂ ਦੇ ਵਿੱਚ ਪ੍ਰਕਾਸ਼ਿਤ ਹੋਈ, ਬੇਸ਼ੱਕ ਕਿ ਜਿਹੜੀਆਂ ਬਾਅਦ ਦੇ ਵਿੱਚ ਉਹਦੇ ਪੰਜਾਬੀ ਅਨੁਵਾਦ ਹੋਏ ਨੇ ਉਹ 1979 ਦੇ ਵਿੱਚ ਆਰੰਭ ਹੋਏ ਨੇ। ਹੁਣ ਮੈਂ ਤੁਹਾਨੂੰ ਇਹ ਦੱਸਣ ਲੱਗਾ ਕਿ ਜਦੋਂ ਕੋਈ ਰਚਨਾ ਹੋਂਦ ਦੇ ਵਿੱਚ ਆਉਂਦੀ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਲੇਖਕ ਦੀ ਇੱਕ ਸਾਜ਼ਿਸ਼ ਵਿਰਤੀ ਹੁੰਦੀ ਹੈ, ਕਿਤੇ ਅੱਜ ਤੁਸੀਂ ਪੰਜਾਬੀ ਵਾਲੀ ਵੀ ਪੜ੍ਹ ਲਿਓ, ਵੈਸੇ ਜੇ ਤੁਸੀਂ ਕਿਤੇ ਉਰਦੂ ਵਾਲੀ ਪੜ੍ਹੋ ਤਾਂ ਹੋਰ ਵੀ ਜ਼ਿਆਦਾ ਸਮਝਣਾ ਸੌਖਾ ਹੋ ਜਾਵੇਗਾ, ਕਿਉਂਕਿ ਪੰਜਾਬੀ ਵਾਲੀ ਦੇ ਥੱਲੇ ਜਿਹੜੇ ਸੰਪਾਦਕ ਨੇ ਪੰਜਾਬੀ ਵਾਲੇ ਉਹਨਾਂ ਨੇ ਲਿਖ ਦਿੱਤਾ ਹੈ ਕਿ ਇਹ ਲੇਖਕ ਦੇ ਨਿੱਜੀ ਵਿਚਾਰ ਹੋ ਸਕਦੇ ਨੇ, ਇਸ ਕਰਕੇ ਅਸੀਂ ਉਹਨਾਂ ਗੱਲਾਂ ਨੂੰ ਸਕਿਪ ਕਰ ਜਾਂਦੇ ਹਾਂ। ਪਰ ਜੇ ਤੁਸੀਂ ਕਿਤੇ ਉਹਦੀ ਜਿਹੜੀ ਮੂਲ ਰਚਨਾ ਹੈ ਉਹਨੂੰ ਪੜ੍ਹੋ ਤਾਂ ਤੁਹਾਨੂੰ ਸਮਝ ਲੱਗੇਗੀ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇੱਕ ਮਿੱਠਾ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਗੱਲ ਤਾਂ ਇਹ ਕੀਤੀ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕੋਈ ਨਵਾਂ ਧਰਮ ਆਰੰਭ ਨਹੀਂ ਕੀਤਾ, ਬਲਕਿ ਹਿੰਦੂ ਧਰਮ ਦੇ ਵਿੱਚ ਆਈਆਂ ਕਮੀਆਂ ਨੂੰ ਸੁਧਾਰ ਕਰਕੇ ਉਹਦੇ ਹੀ ਸੰਸਕ੍ਰਿਤ ਤੇ ਧਾਰਮਿਕ ਰੂਪ ਨੂੰ ਜਿਹੜਾ ਉਹ ਉਭਾਰਿਆ। ਦੂਜੀ, ਜਦੋਂ ਉਹ ਸਾਰੀ ਕਿਤਾਬ ਦੇ ਵਿੱਚ ਇਸਲਾਮ ਦੀ ਗੱਲ ਕਰਦਾ ਹੈ ਤੇ ਨਤੀਜਾ ਜਿਹੜਾ ਕੱਢਦਾ ਹੈ ਨਾ, ਉਹਨੂੰ ਬੜੀ ਹੀ ਤੀਖਣ ਬੁੱਧੀ ਨਾਲ ਘੋਖਣ ਦੀ ਲੋੜ ਹੈ। ਲਾਲਾ ਦੌਲਤ ਰਾਏ ਲਿਖਦਾ ਹੈ ਕਿ ਇਸਲਾਮ ਦੇ ਵਿੱਚ 3 ਗੱਲਾਂ ਬੜੀਆਂ ਪ੍ਰਬਲ ਨੇ। ਪਹਿਲੀ ਗੱਲ ਤਾਂ ਉਹ ਕਿ ਉਹ ਸ਼ਾਸਕ ਨੇ ਤੇ
ਜ਼ੁਲਮ ਤੇ ਜ਼ਬਰ ਕਰਨਾ ਉਹਨਾਂ ਦਾ ਕੰਮ ਹੈ। ਦੂਸਰੀ ਗੱਲ ਕਹਿੰਦਾ ਕਿ ਉਹਨਾਂ ਦੇ ਵਿਦਿਅਕ ਅਦਾਰਿਆਂ ਦੇ ਵਿੱਚ, ਮਦਰਸਿਆਂ ਦੇ ਵਿੱਚ ਰਾਜ ਕਰਨਾ ਤੇ ਜ਼ੁਲਮ ਕਰਨਾ ਹੀ ਪੜ੍ਹਾਇਆ ਜਾਂਦਾ ਹੈ। ਤੀਸਰੀ ਗੱਲ ਹੈ ਕਿ ਜਿਹੜਾ ਹਿੰਦੂ ਸਮਾਜ ਹੈ ਉਹ ਉਹਦਾ ਮੁਕਾਬਲਾ ਇਸ ਕਰਕੇ ਨਹੀਂ ਕਰ ਸਕਿਆ ਕਿਉਂਕਿ ਉਹ ਬਹੁਤ ਜ਼ਿਆਦਾ ਧੜਿਆਂ ਦੇ ਵਿੱਚ ਵੰਡਿਆ ਹੋਇਆ ਸੀ। ਹੁਣ ਉਹ ਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੇ ਉੱਪਰ, ਕਹਿੰਦਾ ਕਿ ਗੁਰੂ ਨਾਨਕ ਸਾਹਿਬ ਨੇ ਸੋਚਿਆ ਕਿ ਹਿੰਦੂ ਸਮਾਜ ਦੀਆਂ ਕਿਹੜੀਆਂ ਬੁਰਾਈਆਂ ਨੇ ਜਿਨ੍ਹਾਂ ਦੇ ਕਰਕੇ ਇਸਲਾਮ ਇਹਨਾਂ ਨੂੰ ਕਾਫਰ ਸਮਝਦਾ ਹੈ, ਤੇ ਗੁਰੂ ਨਾਨਕ ਸਾਹਿਬ ਨੇ ਇੰਨੀ ਸਫਾਈ ਦੇ ਨਾਲ ਕੰਮ ਕੀਤਾ ਕਿ ਇਸਲਾਮਿਕ ਜਿਹੜਾ ਉਸ ਵੇਲੇ ਦਾ ਸ਼ਾਸਕ ਵਰਗ ਹੈ ਉਹ ਗੁਰੂ ਨਾਨਕ ਸਾਹਿਬ ਦੀ ਵਿਰੋਧਤਾ ਹੀ ਨਾ ਕਰ ਸਕਿਆ, ਤੇ ਉਹਨਾਂ ਨੂੰ ਇਹ ਵੀ ਨਾ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂ ਧਰਮ ਦੇ ਨਵੇਂ ਰੂਪ ਨੂੰ ਕਿਸ ਤਰ੍ਹਾਂ ਦੇ ਨਾਲ ਸਿਰਜ ਦਿੱਤਾ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਤੁਹਾਨੂੰ ਵਾਚਣਾ ਪਵੇਗਾ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਉਹ ਕਿਤਾਬ ਪੰਜਾਬੀ 'ਚ ਕਦੋਂ ਪ੍ਰਕਾਸ਼ਿਤ ਹੁੰਦੀ ਹੈ, ਜਦੋਂ ਫਿਰ ਪੰਜਾਬ ਦੇ ਵਿੱਚ ਉਹ ਹਾਲਾਤ ਬਣੇ ਹੋਏ ਨੇ। ਹੁਣ ਉਹਦਾ ਕਿਤਾਬ ਦਾ ਪਹਿਲਾਂ ਛਪਣ ਦਾ ਜਿਹੜਾ ਉਹ ਕਾਰਜ ਜਾਂ ਉਹਦੀ ਮਨਸ਼ਾ ਜਾਂ ਉਹਦਾ ਪ੍ਰਯੋਜਨ ਹੋ ਸਕਦਾ ਹੈ ਜਜ਼ਬ ਕਰਨਾ, ਪਰ ਦੂਸਰਾ ਜਿਹੜਾ ਉਹ ਮਕਸਦ ਹੋਰ ਹੈ ਜਦੋਂ ਉਹ ਪੰਜਾਬੀ ਦੇ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਨਾਲ ਗੋਬਿੰਦ ਰਾਮਾਇਣ ਤੇ ਗੋਬਿੰਦ ਗੀਤਾ, ਇਹਨਾਂ ਚੀਜ਼ਾਂ ਦਾ ਜੇਕਰ ਤੁਸੀਂ ਪ੍ਰਭਾਵ ਵੇਖਦੇ ਹੋ, ਅਸੀਂ ਸਿਰਫ ਸਿੱਖ ਨਜ਼ਰੀਏ ਤੋਂ ਨਾ ਵੇਖੀਏ, ਅਸੀਂ ਇਹ ਵੇਖੀਏ ਕਿ ਜਿਹੜੇ ਗ੍ਰੰਥ ਤੇ ਜਿਹੜੀਆਂ ਸ਼ਖਸੀਅਤਾਂ ਦੇ ਨਾਮ ਬਾਕੀ ਕੌਮੀਅਤਾਂ ਦੇ ਵਿੱਚ ਵੀ ਮਸ਼ਹੂਰ ਹੁੰਦੇ ਨੇ ਜਾਂ ਬਾਕੀ ਕੌਮੀਅਤਾਂ ਉਹਨਾਂ ਨਾਵਾਂ ਤੋਂ ਜਾਣੂ ਹੁੰਦੀਆਂ ਨੇ। ਮੰਨ ਲਓ ਇਸਲਾਮ ਦੀ ਮੈਂ ਗੱਲ ਕਰਾਂ, ਇਸਲਾਮ ਰਾਮਾਇਣ ਨੂੰ ਵੀ ਨਾਮਕਰਨ ਦੇ ਤੌਰ ਤੇ ਜਾਣਦਾ ਹੈ ਕਿ ਨਾਮਕ ਕੋਈ ਗ੍ਰੰਥ ਹੈ, ਗੀਤਾ ਨਾਮਕ ਗ੍ਰੰਥ ਦੇ ਬਾਰੇ ਵੀ ਜਾਣਦੇ ਨੇ ਤੇ ਗੁਰੂ ਗੋਬਿੰਦ ਸਿੰਘ ਦੇ ਬਾਰੇ ਵੀ ਜਾਣਦੇ ਨੇ। ਰਾਮਾਇਣ ਦੇ ਵਿੱਚ ਕੀ ਹੈ ਉਹਨਾਂ ਨੂੰ ਪਤਾ ਹੈ, ਗੀਤਾ ਦੇ ਵਿੱਚ ਕੀ ਹੈ ਉਹਨਾਂ ਨੂੰ ਪਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਉਹਨਾਂ ਨੂੰ ਪਤਾ ਹੈ, ਪਰ ਜਦੋਂ ਇਹ ਤਿੰਨੇ ਚੀਜ਼ਾਂ ਜੁੜਨਗੀਆਂ ਤਾਂ ਫਿਰ ਇਹਦਾ ਪ੍ਰਭਾਵ ਕਿਵੇਂ ਦਾ ਹੋਵੇਗਾ। ਇਹਨੂੰ ਇਸ ਕਰਕੇ ਵਾਚਣਾ ਜ਼ਰੂਰੀ ਹੈ ਕਿਉਂਕਿ ਜਦੋਂ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਅਕੈਡਮਿਕ ਲੈਵਲ ਤੇ ਪੜ੍ਹਾਇਆ ਜਾਂਦਾ ਹੈ ਨਾ, ਤੇ ਸਾਡੇ ਬੱਚਿਆਂ ਦੀ ਮਾਨਸਿਕਤਾ ਦੇ ਵਿੱਚ ਇੱਕੋ ਹੀ ਖਾਕਾ ਜਿਹੜਾ ਉਹ ਸਿਰਜ ਦਿੱਤਾ ਜਾਂਦਾ ਹੈ ਕਿ ਉਹ ਤੇ ਮੁਸਲਮਾਨਾਂ ਤੇ ਮੁਗਲਾਂ ਦੇ ਖਿਲਾਫ ਲੜਦੇ ਸੀ। ਔਰ ਅਕੈਡਮਿਕ ਲੈਵਲ ਦੇ ਉੱਪਰ ਸਾਨੂੰ ਇਸ ਚੀਜ਼ ਦੀ ਸ਼ਨਾਖਤ ਕਰਨ ਦੀ ਵਿਧ ਨਹੀਂ ਸਮਝਾਈ ਜਾਂਦੀ ਕਿ ਜਦੋਂ ਅਸੀਂ ਹਿੰਦੂ ਧਰਮ ਦੀ ਗੱਲ ਕਰਦੇ ਹਾਂ ਤੇ ਉਦੋਂ ਅਸੀਂ ਦੀਵਾਨ ਟੋਡਰਮਲ ਤੇ ਭਾਈ ਨੰਦ ਲਾਲ ਨੂੰ ਵੱਖਰੇ ਰੂਪ 'ਚ ਸਮਝਣਾ ਹੈ, ਚੰਦੂ ਤੇ ਗੰਗੂ ਨੂੰ ਵੱਖਰੇ ਰੂਪ 'ਚ ਸਮਝਣਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਸਲਾਮ ਦੀ ਗੱਲ ਕਰਨੀ ਹੈ, ਅਸੀਂ ਵਜ਼ੀਰ ਖਾਨ ਨੂੰ ਇੱਕ ਹੋਰ ਰੂਪ ਦੇ ਵਿੱਚ ਵੇਖਣਾ ਹੈ, ਉਸਮਾਨ ਖਾਨ ਨੂੰ ਹੋਰ ਰੂਪ ਦੇ ਵਿੱਚ ਵੇਖਣਾ ਹੈ, ਤੇ ਪੀਰ ਬੁੱਧੂ ਸ਼ਾਹ ਨੂੰ ਤੇ ਭੀਖਣ ਸ਼ਾਹ ਨੂੰ ਹੋਰ ਨਜ਼ਰੀਏ ਦੇ ਨਾਲ ਵੇਖਣਾ ਹੈ। ਸੋ ਜਦੋਂ ਅਕੈਡਮਿਕ ਲੈਵਲ ਦੇ ਉੱਪਰ ਸਾਨੂੰ ਇਹ ਸ਼ਨਾਖਤ ਕਰਨ ਦੀਆਂ ਵਿਧਾਂ ਨਹੀਂ ਸਮਝਾਈਆਂ ਜਾਂਦੀਆਂ ਤੇ ਇਹਦਾ ਜਿਹੜਾ ਅਸਰ ਪੈਂਦਾ ਭਵਿੱਖ ਦੀ ਪੀੜ੍ਹੀ ਦੇ ਉੱਪਰ, ਜਿਹੜੀ ਗੈਰ ਸਿੱਖ ਕੌਮੀਅਤ ਤੇ ਗੈਰ ਹਿੰਦੂ ਕੌਮੀਅਤ, ਤੀਜੀ ਕੌਮੀਅਤ ਹੋਵੇਗੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕਹਿਣਾ ਧੀ ਨੂੰ ਤੇ ਸਮਝਾਉਣਾ ਨੌਂ ਨੂੰ, ਉਹਦੇ ਵਿੱਚ ਉਹ ਜਿਹੜਾ ਤੀਜੀ ਕੌਮੀਅਤ ਤੇ ਨਿਸ਼ਾਨਾ ਹੁੰਦਾ ਹੈ ਨਾ, ਉਹਦੇ ਵਿੱਚ ਇਹੀ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਕਿਵੇਂ ਦੀ ਸਿਰਜੀ ਗਈ ਤੇ ਉਹਨਾਂ ਦੇ ਨਾਮ ਦੇ ਨਾਲ ਗ੍ਰੰਥ ਕਿਹੜੇ ਜੋੜੇ ਗਏ। ਸੋ ਇਹ ਗੱਲ ਬੜੀ ਅਹਿਮ ਹੈ। ਅੱਜ ਵੀ ਜਦੋਂ ਅੱਜ ਦੇ ਸਮੇਂ ਦੇ ਵਿੱਚ ਜਾਂ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਗ੍ਰੰਥ ਦੁਬਾਰਾ ਮੀਡੀਆ ਦੇ ਵਿੱਚ ਆਇਆ, ਕਿਉਂਕਿ ਪਹਿਲਾਂ ਜਦੋਂ ਇਹ ਆਇਆ ਸੀਗਾ, ਮੈਂ ਪਹਿਲਾਂ ਵੀ ਦੱਸਿਆ ਕਿ ਜਿਸ ਵੇਲੇ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ ਸੀ, ਔਰ ਉਹਦੇ ਤੋਂ ਪਹਿਲਾਂ ਇੱਕ ਕਿਤਾਬ ਜਿਹੜੀ ਸੀਗੀ ਸਿੱਖ ਇਤਿਹਾਸ ਮੇਂ ਸ਼੍ਰੀ ਰਾਮ ਜਨਮ ਭੂਮੀ, ਇਹ ਲਿਖ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਸੀ, ਜਿਹਦੇ ਵਿੱਚ ਕੁਝ ਜਨਮ ਸਾਖੀਆਂ ਚੋਂ ਹਵਾਲੇ ਦੇ ਕੇ ਇਹ ਦੱਸਿਆ ਗਿਆ ਕਿ ਗੁਰੂ ਨਾਨਕ ਸਾਹਿਬ ਵੀ ਅਯੁੱਧਿਆ ਗਏ ਸੀ, ਪਰ ਇਸ ਗੱਲ ਦੇ ਉੱਪਰ ਇਹ ਜਨਮ ਸਾਖੀ ਚੁੱਪ ਸੀ ਕਿ ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਉੱਥੋਂ ਦੇ ਪੰਡਤਾਂ ਨੂੰ ਸਵਾਲ ਕੀ ਕੀਤੇ ਤੇ ਉਹਨਾਂ ਦੇ ਜਵਾਬ ਕੀ ਸੀ, ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਰਮ ਕਾਂਡਾਂ ਦੇ ਸੰਬੰਧ ਦੇ ਵਿੱਚ ਗੋਸ਼ਟ ਦੇ ਵਿੱਚ ਵਿਚਾਰ ਚਰਚਾ ਕਰਕੇ ਨਿਰੁੱਤਰ ਕਿਵੇਂ ਕੀਤਾ। ਉਹ ਚਾਹੇ ਮਿਹਰਬਾਨ ਵਾਲੀ ਜਨਮ ਸਾਖੀ ਸੀ, ਚਾਹੇ ਮੱਕੇ ਮਦੀਨੇ ਦੀ ਗੋਸ਼ਟ ਸੀ, ਜਾਂ ਫਿਰ ਉਹ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਸੀ। ਇਹਦੇ ਵਿੱਚ ਉਹਨਾਂ ਦੇ ਹਵਾਲੇ ਨੇ ਪਰ ਸਾਰੇ ਨਹੀਂ, ਇੱਕ ਜਗ੍ਹਾ ਤੇ ਆ ਕੇ ਗੱਲ ਖਤਮ ਕਰ ਦਿੱਤੀ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਅਯੁੱਧਿਆ ਗਏ। ਜਾਣ ਦਾ ਕਾਰਨ ਆਪਣੇ ਕੋਲੋਂ ਸਿਰਜ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਪੂਰਵਜ ਨੇ ਇਹ ਉਹਨਾਂ ਦਾ ਜੱਦੀ ਘਰਾਣਾ ਸੀ ਭਗਵਾਨ ਰਾਮ ਦਾ। ਸੋ ਅੱਜ ਵੀ ਜਦੋਂ ਅਸੀਂ ਵੇਖਦੇ ਹਾਂ ਕਿ ਵਿਸ਼ਵ ਵਿਆਪੀ ਪੱਧਰ ਦੇ ਉੱਪਰ ਹਾਲਾਤ ਕਿਵੇਂ ਦੇ ਬਣੇ ਨੇ, ਪਹਿਲੀ ਗੱਲ ਤੇ ਜੇ ਅਸੀਂ ਬੀਤੇ ਦਿਨਾਂ ਦੀ ਉਦਾਹਰਨ ਲਈਏ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਇੱਕ ਸਿੱਖ ਬੱਚੀ ਦੇ ਨਾਲ ਜਬਰੀ ਨਿਕਾਹ ਦੀ ਘਟਨਾ ਵਾਪਰੀ, ਉਹਦੇ ਵਿੱਚ ਵੀ ਜਿਹੜੀ ਬਹੁ ਗਿਣਤੀ ਸਾਡੀ ਸਿੱਖ ਮਾਨਸਿਕਤਾ ਹੈ ਉਹਦਾ ਨਜ਼ਰੀਆ ਬਿਲਕੁਲ ਉਸੇ ਤਰ੍ਹਾਂ ਦਾ ਰਿਹਾ ਜਿਵੇਂ ਦਾ ਸਟੇਟ ਚਾਹੁੰਦੀ ਸੀ, ਜਾਂ ਜਿਵੇਂ ਦਾ ਮੇਨ ਸਟ੍ਰੀਮ ਮੀਡੀਆ ਜਿਸ ਤਰ੍ਹਾਂ ਦਾ ਪ੍ਰਵਾਹਿਤ ਕਰਨਾ ਚਾਹੁੰਦਾ ਸੀ, ਅਸੀਂ ਉਸੇ ਹੀ ਮਾਨਸਿਕਤਾ ਦੇ ਵਿੱਚ ਵਏ ਹਾਂ ਇਸ ਵਾਰੀ। ਦੂਸਰੀ ਗੱਲ ਜਿਹੜੀ ਮੈਂ ਗੱਲ ਕੀਤੀ ਹੈ ਕਿ ਸਾਨੂੰ ਕਿਹੜੇ ਵਰਗ ਦੇ, ਕਿਹੜੇ ਧੜੇ ਦੇ, ਕਿਹੜਾ ਜਿਹੜਾ ਸਕੂਲ ਆਫ ਥਾਟ ਆ ਉਹਦੀ ਸ਼ਨਾਖਤ ਕਿਵੇਂ ਕਰਨੀ ਹੈ,
ਅਸੀਂ ਉਸ ਗੱਲ ਤੋਂ ਕੋਹਾਂ ਦੂਰ ਹੈ। ਜੇਕਰ ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਵੇਖੀਏ ਤਾਂ ਜਿਹੜੇ ਵਿਸ਼ਵ ਵਿਆਪੀ ਪੱਧਰ ਦੇ ਉੱਪਰ ਹਾਲਾਤ ਬਦਲ ਰਹੇ ਨੇ, ਅਸਿਮੀਲੇਸ਼ਨ ਤਾਂ ਉਹਦੇ ਸਾਹਮਣੇ ਇੱਕ ਬੜੀ ਛੋਟੀ ਚੀਜ਼ ਹੈ। ਸਾਡੀ ਕੌਮ ਦੇ ਸਾਹਮਣੇ ਹੁਣ ਬਹੁਤ ਵੱਡੀਆਂ ਚੁਣੌਤੀਆਂ ਤੇ ਬਹੁਤ ਵੱਡੇ ਮੁੱਦੇ ਨੇ, ਕਿਉਂਕਿ ਅਸੀਂ ਇੱਕ ਘੱਟ ਗਿਣਤੀ ਕੌਮੀਅਤ ਆ ਤੇ ਜਿਹੜਾ ਸਾਡਾ ਕਰਮ ਤੇ ਜਨਮ ਖੇਤਰ ਹੈ, ਉਸ ਖੇਤਰ ਦੇ ਆਲੇ ਦੁਆਲੇ ਖਿੱਤੇ ਦੇ ਵਿੱਚ ਜਿਹੜੀਆਂ ਰਾਜਸੀ ਪੱਧਰ ਦੇ ਉੱਪਰ ਤਬਦੀਲੀਆਂ ਹੋ ਰਹੀਆਂ ਨੇ, ਸਾਨੂੰ ਉਹਦੇ ਪ੍ਰਤੀ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਗੰਭੀਰ ਚਿੰਤਨ ਕਰਨ ਵਾਲਾ ਵਿਚਾਰ ਮੰਚ ਬਣਾ ਕੇ ਚਰਚਾ ਕਰਨ ਦੀ ਲੋੜ ਹੈ। ਮਿਸਾਲ ਦੇ ਤੌਰ ਤੇ ਅਫਗਾਨਿਸਤਾਨ ਦੇ ਵਿੱਚੋਂ ਅਮਰੀਕਾ ਬਾਹਰ ਜਾ ਰਿਹਾ, ਔਰ ਕੁਦਰਤਨ ਹੈ ਕਿ ਬਾਹਰ ਜਾਵੇਗਾ ਤਾਂ ਤਾਕਤ ਜਾਂ ਸੱਤਾ ਜਿਹੜੀ ਹੈ ਉਹ ਤਾਲਿਬਾਨ ਦੇ ਕੋਲ ਆਵੇਗੀ। ਤਾਲਿਬਾਨ ਜਦੋਂ ਇਸ ਖਿੱਤੇ ਦੇ ਵਿੱਚ ਕਾਬਜ਼ ਹੁੰਦੇ ਨੇ ਤੇ ਦੂਜੇ ਪਾਸੇ ਚੀਨ ਤੇ ਪਾਕਿਸਤਾਨ ਦੇ ਕਿਵੇਂ ਦੇ ਸੰਬੰਧ ਨੇ, ਉਸ ਤੋਂ ਬਾਅਦ ਤਾਲਿਬਾਨ ਜਿਹੜੇ ਨੇ ਉਹ ਕਿਹੜੇ ਧੜੇ ਦੇ ਨਾਲ ਸੰਬੰਧਾਂ ਨੂੰ ਪਹਿਲ ਦਿੰਦੇ ਨੇ, ਇਹਦੇ ਬਾਰੇ ਤਾਂ ਅਜੇ ਤੱਕ ਜਿਹੜਾ ਹਿੰਦੁਸਤਾਨ ਜਾਂ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਜਿਹੜੇ ਜਰਨਲਿਸਟ ਨੇ ਉਹ ਇਹ ਕਹਿ ਸਕਦੇ ਹੋ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਊਠ ਕਿਸ ਕਰਵਟ ਬੈਠੇਗਾ, ਕਿ ਤਾਲਿਬਾਨ ਜਿਹੜੇ ਨੇ ਉਹ ਕਿਸ ਪੱਖ ਦੇ ਵਿੱਚ ਆਉਣਗੇ। ਪਰ ਜਿਹੜੇ ਪੱਖ ਦੇ ਵਿੱਚ ਵੀ ਆਉਂਦੇ ਨੇ, ਪੰਜਾਬ ਦੇ ਸਿੱਖਾਂ ਨੂੰ ਖਾਸ ਕਰਕੇ ਇੱਕ ਘੱਟ ਗਿਣਤੀ ਕੌਮੀਅਤ ਹੁੰਦਿਆਂ ਇਹ ਜਿਹੜੇ ਹਲ ਵਾਪਰ ਰਹੇ ਵਰਤਾਰੇ ਨੇ, ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਗਹਿਰ ਚਿੰਤਨ ਕਰਨ ਦੀ ਲੋੜ ਹੈ ਕਿ ਕੀ ਜਿਹੜੇ ਮੁੱਦੇ ਉਭਾਰੇ ਜਾਂਦੇ ਨੇ ਉਹਨਾਂ ਦਾ ਨਿਸ਼ਾਨਾ ਕੇਵਲ ਅਸਿਮੀਲੇਸ਼ਨ ਹੈ ਜਾਂ ਉਹਦੇ ਤੋਂ ਪਾਰ ਜਾ ਕੇ ਕੁਝ ਹੋਰ ਵੀ ਹੈਗਾ। ਜਿਹੜੀ ਮੈਂ ਗੱਲ ਪਹਿਲਾਂ ਵੀ ਕੀਤੀ ਸੀ ਕਿ ਕਹਿਣਾ ਧੀ ਨੂੰ ਤੇ ਸਮਝਾਉਣਾ ਨੌਂ ਨੂੰ, ਕਿਤੇ ਕੋਈ ਇਸ ਤਰ੍ਹਾਂ ਦਾ ਵਰਤਾਰਾ ਤੇ ਨਹੀਂ ਹੈ ਕਿ ਕਿਸੇ ਇੱਕ ਕੌਮੀਅਤ ਨੂੰ ਇੱਕ ਹੋਰ ਸੁਨੇਹਾ ਦਿੱਤਾ ਜਾ ਰਿਹਾ ਹੋਵੇ। ਸੋ ਇਹਨਾਂ ਸਾਰੇ ਵਿਸ਼ਿਆਂ ਦੇ ਉੱਪਰ ਸਾਨੂੰ ਬਹੁਤ ਹੀ ਗੈਰ ਚਿੰਤਨ ਕਰਨ ਦੀ ਲੋੜ ਹੈ। ਮੈਂ ਆਸ ਕਰਦਾ ਕਿ ਅਸੀਂ ਕਿਸੇ ਵੀ ਮੁੱਦੇ ਦੇ ਉੱਪਰ ਕਾਹਲੀ 'ਚ ਪ੍ਰਤੀਕਰਮ ਦੇਣ ਦੇ ਨਾਲੋਂ ਉਹਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਵਿਚਾਰਿਆ ਕਰੀਏ। ਦੂਸਰੀ ਗੱਲ, ਜਿਹੜਾ ਚਿੰਤਨ ਮੈਂ ਵੀ ਤੁਹਾਡੇ ਨਾਲ ਸਾਂਝਾ ਕੀਤਾ, ਜ਼ਰੂਰੀ ਨਹੀਂ ਹੈ 100% ਸਹੀ ਹੋਵੇ, ਕਿਉਂਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਦੀ ਕਿਰਿਆ ਹੁੰਦੀ ਹੈ ਉਹਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਹੀ ਜਿਹੜੀਆਂ ਨੇ ਉੱਭਰਦੀਆਂ ਨੇ ਜਾਂ ਸਾਹਮਣੇ ਆਉਂਦੀਆਂ ਨੇ। ਸੋ ਸਾਨੂੰ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਕਿਤੇ ਨਾ ਕਿਤੇ ਬਹੁਤ ਹੀ ਸੰਜੀਦਗੀ ਦੇ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।